ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਪੰਜਾਬ ਅੱਡਾ 24/7 ਤੇ। ਮੇਰਾ ਨਾਮ ਹੈ ਗਗਨ। ਅੱਜ ਕੱਲ ਤੁਹਾਨੂੰ ਪਤਾ ਹੈ, ਅੱਜ ਕੱਲ ਕੀ ਬਲਕਿ ਕਾਫੀ ਟਾਈਮ ਤੋਂ ਭਾਰਤੀਆਂ ਨੂੰ ਵਿਦੇਸ਼ ਜਾਣ ਦਾ ਬੜਾ ਸ਼ੌਂਕ ਹੈ। ਸ਼ੌਂਕ ਕੀ ਹੁੰਦਾ, ਪੜ੍ਹਾਈ ਕਰੀ ਜਾਂਦੇ ਨੇ, ਕਈ ਮਜਬੂਰੀ ਕਰਕੇ ਜਾਂਦੇ ਨੇ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸ, ਕਿਤੇ ਵੀ ਹੋਵੇ, ਲੋਕਾਂ ਨੂੰ ਬਾਹਰ ਜਾਣ ਦਾ ਹੈ ਕਾਫੀ ਕਿ ਬਾਹਰ ਜਾਈਏ, ਕਿ ਸਟੱਡੀ ਕਰਨੀ, ਫਰਦਰ ਸਟੱਡੀਜ਼ ਲਈ ਆਪਾਂ ਬਾਹਰ ਜਾਂਦੇ ਹਾਂ। ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇੱਛਾ ਰੱਖਦੇ ਹਾਂ ਅਸੀਂ ਕਿ ਅਸੀਂ ਬਾਹਰਲਾ ਮੁਲਕ ਦੀ ਹੀ ਰੈਜ਼ੀਡੈਂਸੀ ਲੈ ਲਈਏ, ਜਿਹਨੂੰ ਆਪਾਂ PR ਕਹਿੰਦੇ ਹੁੰਦੇ ਆ, ਹੈ ਨਾ। ਤਾਂ PR ਲੈ ਲਈਏ। ਹੁਣ ਇੱਕ ਰਿਪੋਰਟ ਆਈ ਹੈ, ਬਲੂਮਬਰਗ ਕਰਕੇ ਇੱਕ ਆਰਗੇਨਾਈਜੇਸ਼ਨ ਹੈ, ਬਹੁਤ ਵੱਡੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਉਹਨੇ ਇੱਕ ਰਿਪੋਰਟ ਕੱਢੀ ਹੈ ਕਿ ਕੈਨੇਡਾ ਵਿੱਚ ਜਿਹੜੇ ਇਮੀਗਰੈਂਟ ਹੁੰਦੇ ਨੇ, ਜਿਹੜੇ ਸਟੂਡੈਂਟ ਆਉਂਦੇ ਨੇ, ਖਾਸ ਕਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ। ਤਾਂ ਇਸੇ ਬਾਰੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਜਿਹੜੇ ਸਟੂਡੈਂਟ ਨੇ, ਇੰਡੀਅਨ ਸਟੂਡੈਂਟਸ ਕਾਫੀ ਮੈਜੋਰਿਟੀ ਵਿੱਚ ਨੇ। ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ। ਮੇਰਾ ਨਾਮ ਹੈ ਗਗਨ ਤੇ ਬਹੁਤ ਹੀ ਇੰਪੋਰਟੈਂਟ ਰਿਪੋਰਟ, ਕੈਨੇਡਾ ਕਰ ਰਿਹਾ ਇੰਡੀਅਨ ਸਟੂਡੈਂਟਸ ਦਾ ਸ਼ੋਸ਼ਣ। ਤੁਹਾਡੇ ਤੋਂ ਜੇ ਪੁੱਛਿਆ ਜਾਵੇ ਕਿ ਤੁਸੀਂ ਬਾਹਰ ਜਾਣਾ ਹੈ ਤਾਂ ਤੁਹਾਡੇ ਦਿਮਾਗ 'ਚ ਕੀ ਆਊਗਾ? ਸਭ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇਹ ਹੋਊਗੀ ਜੀ, ਹਾਂਜੀ ਕੈਨੇਡਾ, USA, ਆਸਟ੍ਰੇਲੀਆ ਜਾਊਂਗੇ, ਹੈ ਨਾ। ਤਾਂ ਕੈਨੇਡਾ ਵਿੱਚ ਇੱਕ ਕੁਝ ਇਹੋ ਜਿਹਾ ਹੋ ਰਿਹਾ ਸੀ, ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ। ਕੈਨੇਡਾ ਇੱਕ ਇਹੋ ਜਿਹੀ ਕੰਟਰੀ ਜਿਹਦੇ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਆਉਂਦੇ ਨੇ, ਸਟੂਡੈਂਟਸ ਆਉਂਦੇ ਨੇ। ਲਾਈਫ ਸਟਾਈਲ ਅੱਛਾ ਹੈ, ਸਟੱਡੀ ਅੱਛੀ ਹੈ, ਵਰਕ ਲਾਈਫ ਬੈਲੈਂਸ ਅੱਛਾ ਹੈ, ਮੌਸਮ ਵਧੀਆ ਹੈ ਨਾ। ਅਤੇ ਉੱਥੇ ਫਿਰ ਬਸਣਾ ਚਾਹੁੰਦੇ ਨੇ। ਆਪਣੇ ਵਾਲੇ ਮੋਸਟਲੀ ਜਿਹੜੇ ਬਾਹਰ ਜਾਂਦੇ ਨੇ, ਕਿੰਨੇ ਹੀ ਵਾਪਸ ਆਏ ਨੇ, 1% ਵੀ ਨਹੀਂ ਆਇਆ ਹੋਣਾ ਮੈਨੂੰ ਲੱਗਦਾ। ਤਾਂ ਜਿਹੜੀ ਰਿਪੋਰਟ ਆਈ ਹੈ, ਰਿਪੋਰਟ ਤੁਸੀਂ ਦੇਖ ਸਕਦੇ ਹੋ ਬਲੂਮਬਰਗ ਦੀ। ਆ ਫੋਟੋ ਤੁਸੀਂ ਦੇਖੀ ਹੋਣੀ, ਯੈਸ ਆਈ ਐਮ ਸਟੂਡੈਂਟ। ਉਹਦੇ ਵਿੱਚ ਵੀ, ਮੂਵੀ ਵਿੱਚ ਵੀ ਕੀ ਦਿਖਾਇਆ ਸੀ ਸਿੱਧੂ ਮੂਸੇ ਵਾਲੇ ਨੇ, ਹੈ ਨਾ, ਕਿ ਜਿਹੜੇ ਲੋਕਲ ਸੀਗੇ, ਜਿਹੜੇ ਆਪਣੇ ਵਾਲੇ ਲੋਕਲ ਵੀ ਸੀਗੇ, ਉਹ ਵੀ ਐਂਟੀ ਸੀਗੇ। ਹੁਣ ਇਹਦੇ ਵਿੱਚ ਐਂਟੀ ਵਾਲਾ ਚੱਕਰ ਤਾਂ ਹੈ ਨਹੀਂ, ਜਿਹੜੇ ਸਟੂਡੈਂਟ ਜਾਂਦੇ ਨੇ, ਠੀਕ ਹੈ, ਸਟੂਡੈਂਟ ਜਾਂਦੇ ਨੇ ਜਿਹੜੇ ਫੋਰਨ ਸਟੂਡੈਂਟਸ, ਬਲੂਮਬਰਗ ਦੀ ਰਿਪੋਰਟ, ਫੋਰਨ ਸਟੂਡੈਂਟਸ ਸੇ ਕੈਨੇਡਾ ਇਜ਼ ਐਕਸਪਲੋਇਟਿੰਗ ਦੈਮ ਫॉर ਚੀਪ ਲੇਬਰ। ਹੁਣ ਹੁੰਦਾ ਕੀ ਹੈ, ਬੱਚਾ ਦੇਖੋ ਜੀ ਪੂਰੇ ਰੀਜਨ ਨਾਲ ਜਾਂਦਾ, ਇੱਥੋਂ ਘਰੋਂ ਲੜ ਕੇ ਜਾਂਦੇ ਨੇ ਕਈ ਤਾਂ ਨਾ, ਬਾਹਰ ਜਾ ਕੇ, ਹਾਂਜੀ ਮੈਂ ਬਾਹਰ ਜਾਣਾ, ਮੈਂ ਕੈਨੇਡਾ ਜਾ ਕੇ ਕੰਮ ਕਰ ਰਹੇ ਨੇ ਉੱਥੇ। ਲੇਕਿਨ ਕਿੱਦਾਂ ਕੰਮ ਕਰ ਰਹੇ ਨੇ? ਹੁਣ ਉੱਧਰ ਜਾ ਕੇ ਕੰਮ ਵੀ ਨਹੀਂ ਲੱਭ ਰਿਹਾ। ਜਦੋਂ ਕੰਮ ਲੱਭ ਰਿਹਾ ਕਿ ਠੀਕ ਹੈ ਜੀ, ਰੇਟ ਉੱਥੇ $7 ਹੈ, ਜਿਹੜਾ ਇੰਡੀਆ ਵਾਲਾ ਬੰਦਾ ਉਹ ਕਹਿੰਦਾ ਹਾਂਜੀ ਮੈਂ ਤਾਂ $5 ਵਿੱਚ ਕਰਨ ਨੂੰ ਵੀ ਤਿਆਰ ਹਾਂ, ਮੈਨੂੰ ਕੰਮ ਦੇ ਦਿਓ, ਮੈਂ ਆਪਣਾ ਘਰ ਵੀ ਚਲਾਉਣਾ ਹੈ, ਠੀਕ ਹੈ, ਖਾਣਾ ਪੀਣਾ ਵੀ ਹੈ, ਫੀਸ ਵੀ ਭਰਨੀ ਹੈ, ਅਤੇ ਫਿਰ ਕੁਝ ਪੈਸੇ ਮੈਂ ਘਰੇ ਵਾਪਸ ਵੀ ਭੇਜਣੇ ਨੇ, ਕਿ ਜੀ ਘਰੇ ਪਹਿਲੀ ਗਹਿਣੇ ਦੇ ਕੇ ਲੈ ਕੇ ਆਇਆ, ਕੋਈ ਗਿਰਵੀ ਰੱਖ ਕੇ ਦੇ ਕੇ ਆਇਆ, ਕਿੱਦਾਂ ਵੀ ਹੈ ਨਾ, ਲੋਨ ਲੈ ਕੇ ਕਿਸੇ ਨੂੰ ਬੱਚੇ ਨੂੰ ਭੇਜਿਆ, ਸਟੂਡੈਂਟ ਲੋਨ ਲੈ ਕੇ, ਸਟੱਡੀ ਲੋਨ ਲੈ ਕੇ। ਹੁਣ ਬੱਚੇ ਇੰਡੀਆ ਵਾਲੇ ਤੇ ਬਾਹਰਲੇ, ਇੰਡੀਆ ਨਹੀਂ ਇਕੱਲਾ, ਬਾਹਰਲੇ ਬਾਕੀ ਵੀ ਨੇ, ਲੇਕਿਨ ਮੈਜੋਰਿਟੀ ਕਿਹੜੇ ਨੇ? ਮੈਜੋਰਿਟੀ ਨੇ ਇੰਡੀਆ ਤੇ ਫਿਲੀਪੀਨਸ ਤੇ। ਤਾਂ ਬਲੂਮਬਰਗ ਨੇ ਰਿਪੋਰਟ ਕੱਢੀ ਹੈ ਕਿ ਫੋਰਨ ਸਟੂਡੈਂਟਸ ਕਹਿੰਦੇ ਕਿ ਕੈਨੇਡਾ ਉਹਨਾਂ ਨੂੰ ਐਕਸਪਲੋਇਟ ਕਰ ਰਿਹਾ, ਉਹਨਾਂ ਨੂੰ ਸ਼ੋਸ਼ਣ ਕਰ ਰਿਹਾ। ਕਦ ਲਈ? ਸਸਤੀ ਮਜ਼ਦੂਰੀ ਲਈ। ਤਾਂ ਪੜ੍ਹਦੇ ਆ, ਕਹਿੰਦੇ ਕੁਝ ਫੋਰਨ ਸਟੂਡੈਂਟਸ ਨੇ ਕਿਹਾ, ਅਕਿਊਜ਼ ਕੀਤਾ ਕੈਨੇਡਾ ਦੀ ਗਵਰਨਮੈਂਟ ਨੂੰ ਆਫ ਯੂਜ਼ਿੰਗ ਦੈਮ ਐਸ ਚੀਪ ਸੋਰਸ ਆਫ ਲੇਬਰ ਐਂਡ ਡਿਸਕਾਰਡਿੰਗ ਦੈਮ ਵੰਸ ਦੇ ਆਰ ਨੋ ਲੋਂਗਰ ਨੀਡਡ। ਮਤਲਬ ਜਦੋਂ ਤੱਕ ਉਹਨਾਂ ਨੂੰ ਲੋੜ ਸੀ ਕਿ ਹਾਂ ਯਾਰ ਸਾਡੀ ਇੰਡਸਟਰੀਆਂ ਵਿੱਚ ਕੰਮ ਨਹੀਂ ਹੋ ਰਿਹਾ, ਸਾਡੀ ਫੈਕਟਰੀ ਬਣ ਰਹੀ, ਸਾਨੂੰ ਲੋਕਾਂ ਦੀ ਲੋੜ ਹੈ, ਹੁਣ ਉਦੋਂ ਉਹਨਾਂ ਨੂੰ ਮਿਲ ਨਹੀਂ ਰਹੇ ਬੰਦੇ, ਤਾਂ ਉਹਨਾਂ ਨੇ ਇਹਨਾਂ ਨੂੰ ਸਸਤੇ ਰੇਟ ਤੇ ਰੱਖ ਲਿਆ, ਬਹੁਤ ਤਗੜੇ ਰੇਟ ਤੇ, ਕਹਿੰਦੇ ਉਹਨਾਂ ਨੂੰ ਉਸ ਟਾਈਮ ਇੰਪਲੋਇਮੈਂਟ ਦਿੱਤੀਆਂ। ਤੇ ਫਿਰ ਬਾਅਦ 'ਚ ਜਦੋਂ ਆਪਣਾ ਕੰਮ ਨਿਕਲ ਗਿਆ, ਫਿਰ ਉਹਨਾਂ ਨੂੰ ਛੱਡਤਾ ਇੱਦਾਂ ਹੀ। ਕੋਈ PR ਵੀ ਨਹੀਂ ਮਿਲੀ, ਨਾ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਹੋਇਆ, ਕੁਛ ਨਹੀਂ, ਕੱਖ ਨਹੀਂ। ਇਹ ਸੀਗੀ ਹਾਲਤ ਕੈਨੇਡਾ ਦੀ, ਇਹ ਕਿਹਾ ਗਿਆ ਹੈ। ਪੜ੍ਹਦੇ ਆਪਾਂ ਰਿਪੋਰਟ ਦੇ ਅਕੋਰਡਿੰਗ। ਤਾਂ ਲਾਸਟ ਈਅਰ ਦੀ ਗੱਲ ਹੈ। ਤਾਂ ਹੋਇਆ ਕੀ ਚੱਕਰ ਸੀ, COVID-19 ਤੋਂ ਬਾਅਦ ਦੇਖੋ ਇੰਡਸਟਰੀਆਂ ਖੁੱਲ੍ਹਣ ਲੱਗ ਗਈਆਂ। ਉਸ ਟਾਈਮ ਤਾਂ ਬਿਲਕੁਲ ਰੁਕ ਗਿਆ ਸੀ ਸਾਰਾ ਕੰਮ। ਹੁਣ ਪਿਛਲੇ ਸਾਲ 2021 ਵਿੱਚ ਇੰਡਸਟਰੀਆਂ ਖੁੱਲ੍ਹਣ ਲੱਗ ਗਈਆਂ, ਤਾਂ ਓਬਵੀਅਸਲੀ ਡਿਵੈਲਪਮੈਂਟ ਵੀ ਕਰਨੀ ਸੀ, ਇਨਫਰਾਸਟਰਕਚਰ ਵੀ ਹੋਰ ਬਿਲਡ ਕਰਨਾ ਸੀਗਾ, ਕੁਛ ਤਾਂ ਕਰਨਾ ਸੀ। ਤਾਂ ਪ੍ਰਧਾਨ ਮੰਤਰੀ ਟਰੂਡੋ ਨੇ ਕੀ ਕੀਤਾ ਸੀ, ਅਲਾਓ ਕੀਤਾ ਸੀ ਇਹਨੇ ਕੁਝ 50,000 ਸਟੂਡੈਂਟਸ ਨੂੰ ਟੂ ਸਟੇ ਫॉर 18 ਮਹੀਨੇ, 1.5 ਸਾਲ ਆਫਟਰ ਗ੍ਰੈਜੂਏਸ਼ਨ ਟੂ ਸੀਕ ਐਮਪਲੋਇਮੈਂਟ। ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕहीं ਤਾਂ ਕਹਿੰਦੇ ਸਰ 3 ਸਾਲ ਦਾ ਡਿਪਲੋਮਾ ਹੁੰਦਾ ਹੈ, 2 ਸਾਲ ਦਾ ਵਰਕ ਵੀਜ਼ਾ ਮਿਲ ਜਾਂਦਾ ਹੈ, ਪਤਾ ਨਹੀਂ ਕੀ ਗੱਲ ਕਰ ਰਹੇ ਹੋ। 50,000 ਬੱਚਿਆਂ ਦੀ ਗੱਲ ਹੋ ਰਹੀ ਹੈ। ਕਹਿੰਦੇ ਉਹਨਾਂ ਨੂੰ 1.5 ਸਾਲ ਤੱਕ ਦਾ ਟਾਈਮ ਦਿੱਤਾ ਸੀਗਾ ਗ੍ਰੈਜੂਏਸ਼ਨ ਤੋਂ ਬਾਅਦ ਕਿ ਤੁਸੀਂ ਜੌਬ ਲੱਭ ਲਓ। ਉਸ ਟਾਈਮ ਜਦੋਂ ਇਕਨੋਮੀ ਖੁੱਲੀ ਹੀ ਸੀਗੀ ਤੇ ਕੋਵਿਡ ਸ਼ਟਡਾਊਨ ਤੋਂ ਬਾਅਦ ਕੰਪਨੀਆਂ ਬਾਹਰ ਆਈਆਂ ਸੀਗੀਆਂ, ਉਸ ਟਾਈਮ ਹਾਇਰ ਕਰ ਰਹੀਆਂ ਸੀਗੀਆਂ, ਸਾਰੇ ਲੱਗੇ ਹੋਏ ਸੀਗੇ ਹਾਇਰਿੰਗ ਵਿੱਚ, ਹਾਂਜੀ ਹਾਂਜੀ ਸਾਨੂੰ ਕਰ ਲਈਏ। ਤੇ ਭਾਰਤ ਵਾਲਾ ਬੱਚਾ ਇਹ ਸੀਗਾ ਕਿ ਹਾਂ ਯਾਰ ਠੀਕ ਹੈ, ਸਸਤੇ ਰੇਟ ਤੇ ਭਾਵੇਂ ਲੱਗ ਰਿਹਾ, ਲੇਕਿਨ ਜੌਬ ਤਾਂ ਲੱਗ ਰਹੀ ਹੈ, ਜੌਬ ਤਾਂ ਲੱਗ ਰਹੀ ਹੈ ਨਾ, ਜੌਬ ਤਾਂ ਲੱਗ ਰਹੀ ਹੈ। The government permit extension ਏਦਾਂ sold the permit extension as a way to help more graduates fill pressing needs। ਜਿੱਦਾਂ ਮੈਂ ਕਿਹਾ, ਇਨਫਰਾਸਟਰਕਚਰ ਹੋਰ ਵਧਾਉਣਾ ਸੀ, ਡਿਵੈਲਪਮੈਂਟ ਹੋਰ ਕਰਨਾ ਸੀ, ਜੌਬ ਵੈਕੈਂਸੀਜ਼ ਬਹੁਤ ਖੁੱਲ ਗਈ, ਲੇਬਰ ਵਾਲੀ ਜ਼ਿਆਦਾਤਰ। ਤਾਂ ਉਹਨਾਂ ਵਿੱਚ ਕੀ, ਲੇਬਰ ਹੀ ਨਹੀਂ ਇਕੱਲੀ, ਟੈਕਨੀਕਲ ਫੀਲਡ ਵਿੱਚ ਵੀ ਸੀਗੀ। ਉਸ ਟਾਈਮ ਇਹਨਾਂ ਨੇ ਦਵਾ ਇਹਨਾਂ ਨੇ ਵੈਕੈਂਸੀਆਂ ਦਿੱਤੀਆਂ ਇਨ ਕੀ ਸੈਕਟਰਸ ਐਂਡ ਅਲਾਓ ਦੈਮ ਟੂ ਗੇਨ ਦਾ ਵਰਕ ਐਕਸ ਨੀਡਡ ਟੂ ਇਮੀਗ੍ਰੇਟ ਪਰਮਾਨੈਂਟਲੀ। ਕਹਿੰਦੇ ਜੀ ਇਹ ਤੁਸੀਂ ਇੱਦਾਂ ਵਾਲੀ ਜੌਬ ਕਰੋ, ਤੁਹਾਨੂੰ 1.5 ਸਾਲ ਦਿੱਤਾ ਜਾਂਦਾ ਹੈ, ਤੇ ਇਹੀ ਤੁਹਾਡਾ ਅੱਗੇ ਜਿਹੜੇ PR ਲਈ ਜਿਹੜੇ ਪੁਆਇੰਟ ਵਗੈਰਾ ਹੁੰਦੇ ਨੇ ਨਾ, ਉਹ ਤੁਹਾਨੂੰ ਅੱਗੇ ਹੈਲਪ ਹੋਊਗੀ। ਠੀਕ ਹੈ, ਹੁਣ 1.5 ਸਾਲ ਹੋ ਗਏ, ਕਈਆਂ ਨੂੰ PR ਮਿਲ ਗਿਆ, ਲੇਕਿਨ ਕਈ ਸਾਰੇ ਬੱਚੇ ਇਹੋ ਜਿਹੇ ਵੀ ਰਹਿ ਗਏ ਜਿਨ੍ਹਾਂ ਕੋਲ ਨਾ ਹੁਣ ਵਰਕ ਐਕਸ ਰਹਿ ਗਿਆ, ਨਾ ਜਿਨ੍ਹਾਂ ਕੋਲ ਕਿਸੇ ਕੋਲ PR ਮਿਲਿਆ, ਤੇ ਬਸ ਉੱਥੇ ਬੈਠੇ ਨੇ, ਨਾ ਕੰਮ ਕਰ ਸਕਦੇ ਨੇ, ਨਾ ਘਰੇ ਆ ਸਕਦੇ ਨੇ, ਨਾ PR ਹੈ, ਕਰਨ ਤਾਂ ਕਰਨ ਕੀ। ਇਹ ਹਾਲਤ ਹੈ।
ਬਟ ਈਅਰ ਐਂਡ ਹਾਫ ਲੇਟਰ, ਜਿੱਦਾਂ ਮੈਂ ਕਿਹਾ 1.5 ਸਾਲ ਬਾਅਦ 2022 ਦੇ ਅੰਤ ਤੋਂ ਬਾਅਦ, ਸਮ ਆਫ ਥੀਸ ਪਰਮਨੈਂਟ ਰੈਜ਼ੀਡੈਂਟ ਹੋਪਫੁਲ, ਮਤਲਬ ਜਿਨ੍ਹਾਂ ਨੂੰ ਇੱਛਾ ਸੀਗੀ, ਜਿਹਨੇ ਆਸ਼ਾਵਾਨ ਸੀਗੇ ਕਿ ਹਾਂ ਯਾਰ ਮੈਨੂੰ PR ਮਿਲ ਜੂਗੀ, ਵਰ ਲੈਫਟ ਵਿਦਆਊਟ ਸਟੇਟਸ ਟੂ ਵਰਕ ਔਨ ਰਿਮੇਨ ਇਨ ਦਾ ਕੰਟਰੀ। ਮਤਲਬ ਨਾ ਕੰਮ ਕਰ ਸਕਦੇ ਸੀਗੇ, ਨਾ ਕੰਟਰੀ ਵਿੱਚ ਰਹਿ ਸਕਦੇ ਸੀਗੇ, ਘਰੇ ਦਾ ਘਰੇ ਕਰਨ ਕੀ। ਤਾਂ ਇੱਕ ਜਵਾਕ ਤੋਂ, ਇੱਕ ਮੁੰਡੇ ਤੋਂ, ਜਵਾਕ ਤੱਕ ਇੱਕ ਮੁੰਡੇ ਤੋਂ ਉਹਨਾਂ ਨੇ ਪੁੱਛਿਆ ਕਿ ਯਾਰ ਤੁਹਾਡਾ ਕੀ ਕਹਿਣਾ ਹੈ, ਤਾਂ ਉਹਨੇ ਕਹੀ ਗੱਲ ਕੀ, ਇੱਕ ਅਨੋਨੀਮਸ ਬੰਦਾ ਸੀਗਾ, ਉਹਨੇ ਕਿਹਾ ਆਈ ਐਮ ਬੇਸਿਕਲੀ ਸਿਟਿੰਗ ਐਟ ਹੋਮ, ਕਹਿੰਦਾ ਮੈਂ ਅਸਲ ਵਿੱਚ ਘਰ ਵਿੱਚ ਹੀ ਬੈਠਾ ਅਤੇ ਆਪਣੀ ਬੱਚਤ ਵਿੱਚੋਂ ਗੁਜ਼ਾਰਾ ਕਰ ਰਿਹਾ, ਅਤੇ ਇਹ ਨਹੀਂ ਜਾਣਦਾ ਕਿ ਮੈਨੂੰ ਇਹ ਕਿੰਨਾ ਚਿਰ ਕਰਨਾ ਪਏਗਾ। ਕੁਛ ਜਿਹੜਾ ਉਹਦਾ ਵੀਜ਼ਾ ਬਚਿਆ ਹੋਣਾ, ਜਿਹੜਾ ਉਹ ਬਚਿਆ ਹੋਣਾ, ਵਰਕ ਵੀਜ਼ਾ ਕੁਝ ਵੀ ਨਹੀਂ ਹੈ ਉਹਦੇ ਕੋਲ, ਕੰਮ ਕਰ ਨਹੀਂ ਸਕਦਾ, ਘਰੇ ਵਾਪਸ ਜਾ ਨਹੀਂ ਸਕਦਾ, ਖਰਚਾ ਹੈ ਨਹੀਂ, ਕਰੇ ਤਾਂ ਕਰੇ ਕੀ। ਇੱਕ ਤਾਂ ਇੱਕ ਹੀ ਹੈ, ਕੋਈ ਡੈਨੀਅਲ ਡਿਸੂਜ਼ਾ ਕਰਕੇ ਹੈ ਜਿਹੜਾ ਅਕਾਊਂਟੈਂਟ ਹੈ, ਫਾਰਮਰ ਸਟੂਡੈਂਟ ਐਟ ਸੈਨਿਕਾ ਕਾਲਜ ਨੀਅਰ ਟੋਰਾਂਟੋ। ਹੁਣ ਇੰਡੀਆ ਇੱਕ ਇਹੋ ਜਿਹੀ ਕੰਟਰੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਉੱਥੇ ਜਾਂਦੇ ਨੇ ਰਹਿਣ ਲਈ, ਸਟੂਡੈਂਟ ਵਾਈਜ਼ ਵੀ, ਵੈਸੇ ਵੀ, ਜਿਹੜੇ ਸਿੱਧਾ ਇੱਥੇ ਐਕਸਪ੍ਰੈਸ ਐਂਟਰੀ ਲਾ ਕੇ ਵੀਜ਼ਾ ਲਾ ਕੇ ਜਾਂਦੇ ਨੇ ਨਾ, ਸਿੱਧਾ PR ਲੈ ਕੇ। ਹੁਣ ਉਹਨਾਂ ਨਾਲ ਵੀ ਇਹੋ ਜਿਹਾ ਹੋ ਰਿਹਾ, ਬਾਕੀਆਂ ਨਾਲ ਦੇਖੋ ਕਿੰਨਾ ਧੱਕਾ ਹੁੰਦਾ ਹੋਊ। ਚਲੋ, but these graduates got caught up in a backlog of application that led to a 10-month shutdown of the system to allow the government to process them। ਤਾਂ 1.5 ਸਾਲ ਹੋ ਗਿਆ, ਲੇਕਿਨ ਚੱਕਰ ਕੀ ਪੈ ਗਿਆ, ਕਹਿੰਦੇ ਇੰਨੀ ਜ਼ਿਆਦਾ ਐਪਲੀਕੇਸ਼ਨ ਸਾਡੀ COVID-19 ਕਰਕੇ ਨਾ ਇਕੱਠੀਆਂ ਹੋ ਗਈ ਸੀਗੀ ਕਿ ਉਹਨੂੰ ਪੁਰਾਣੀਆਂ ਨੂੰ ਖਾਲੀ ਕਰਦੇ ਕਰਦੇ 10 ਮਹੀਨੇ ਲਈ ਜਿਹੜਾ ਸਿਸਟਮ ਸੀ ਸਰਕਾਰ ਦਾ ਸ਼ਟਡਾਊਨ ਹੀ ਹੋ ਗਿਆ। ਤੇ ਇਹਨਾਂ ਲਈ ਨਾ ਇਹਨਾਂ ਦੀ ਫਾਈਲ ਪ੍ਰੋਸੈਸ ਹੋਈ, ਨਾ ਇਹਨਾਂ ਦਾ ਵਰਕ ਵੀਜ਼ਾ ਵਧਿਆ, ਨਾ ਇਹਨਾਂ ਨੂੰ PR ਮਿਲੀ, ਇਹ ਘਰੇ ਬੈਠੇ ਨੇ, ਕੁਛ ਨਹੀਂ ਕਰ ਸਕਦੇ। ਕਹਿੰਦੇ ਜਦੋਂ ਸਿਸਟਮ ਓਪਨ ਹੋਇਆ 10 ਮਹੀਨੇ ਬਾਅਦ, ਸਿਸਟਮ ਜਦੋਂ ਦੁਬਾਰੇ ਤੋਂ ਖੁੱਲਿਆ, ਉਦੋਂ ਨਵੇਂ ਆ ਚੁੱਕੇ ਸੀ ਲੋਕ ਜਿਨ੍ਹਾਂ ਦੇ ਹਾਇਰ ਦੈਨ ਨਾਰਮਲ ਸਕੋਰ ਸੀਗੇ। ਹੁਣ ਮੰਨ ਲਓ ਮੈਂ ਐਵਰੇਜ ਬੱਚਾ, ਯਾਰ ਮੈਂ ਬਾਹਰ ਗਿਆ, ਬੜੀ ਮਿਹਨਤ ਨਾਲ ਗਿਆ ਹੋਇਆ, ਮੈਂ ਆਪਣੇ ਪੂਰੇ ਜਿਸ ਹਿਸਾਬ ਨਾਲ ਇਹਨਾਂ ਨੇ ਕਿਹਾ ਇੱਦਾਂ ਤਿਆਰੀ ਕਰਨੀ, ਇੱਦਾਂ ਪੇਪਰ ਦੇਣਾ, ਇੱਦਾਂ ਤੁਸੀਂ ਵਰਕ ਐਕਸਪੀਰੀਅੰਸ ਲੈਣਾ, ਮੈਂ ਲਿਆ ਐਕਸਪੀਰੀਅੰਸ। ਲੇਕਿਨ ਮੈਥੋਂ ਬਾਅਦ 10 ਮਹੀਨੇ ਬਾਅਦ ਨਵੇਂ ਬੱਚੇ ਆ ਗਏ ਜਿਨ੍ਹਾਂ ਦੇ ਜ਼ਿਆਦਾ ਸਕੋਰ ਸੀਗੇ, ਤਾਂ ਇਹਨਾਂ ਨੇ ਸਿੱਧੀ ਜੀ ਗੱਲ ਹੈ ਉਹਨਾਂ ਨੂੰ ਪ੍ਰੈਫਰ ਕਰਨਾ, ਨਾਲ ਰਿਡਿਊਸਿੰਗ ਦੇਅਰ ਚਾਂਸਿਸ ਆਫ ਗੇਨਿੰਗ ਪਰਮਾਨੈਂਟ ਰੈਜ਼ੀਡੈਂਸੀ। ਤਾਂ ਜੀ ਮਤਲਬ ਸਿੱਧੀ ਜੀ ਗੱਲ ਹੈ, ਮੇਰੇ ਉੱਤੇ ਜੇ ਇਹ ਬੰਦਾ ਖੜਾ ਸੀ, ਇੱਕ ਹੀ ਜੌਬ ਲਈ ਖੜੇ ਨੇ, ਜਿਹਦੇ ਕੋਲ ਜ਼ਿਆਦਾ ਐਕਸਪੀਰੀਅੰਸ ਹੋਏ, ਜਿਹਦੇ ਜ਼ਿਆਦਾ ਨੰਬਰ ਹੋਏ, ਉਹਨੂੰ ਹੀ ਲਾਉਂਗੇ ਨਾ। ਆਪਣੇ ਆਪ ਨੂੰ ਸੋਚੋ, ਉਹਨੂੰ ਹੀ ਲਾਉਂਗੇ ਨਾ ਤੁਸੀਂ ਕਿ ਮੈਨੂੰ ਲੈ ਲਓਗੇ। ਤਾਂ ਇਹ ਹਾਲ ਹੈ ਆਪਣੇ ਆਪ ਪੰਜਾਬੀਆਂ ਨੂੰ ਤਾਂ ਬਹੁਤ ਚਸਕਾ ਨਾ, ਬਾਹਰ ਚਲੀਏ ਕੈਨੇਡਾ ਚਲੀਏ, ਹੈ ਨਾ। ਇੱਕ ਵਾਰ ਕਹਿ ਕੇ ਸਰਕਾਰੀ ਨੌਕਰੀ ਜੇ ਹੋ ਨਹੀਂ ਰਹੀ, ਬਾਹਰ ਚਲੀਏ। ਦੇਖ ਲਓ ਕੈਨੇਡਾ ਦੇ ਹਾਲ। ਕਹੋਗੇ ਸਰ ਐਂ ਕਰਦੇ ਨੇ, ਕੋਈ ਹੋਣੇ, ਕੋਈ ਨਹੀਂ ਹੈ ਜੀ। ਰਿਪੋਰਟ ਛਪੀ ਹੈ, 50,000 ਬੱਚਿਆਂ ਨੂੰ ਕੀਤਾ ਗਿਆ ਸੀਗਾ, ਉਹਨਾਂ ਵਿੱਚੋਂ ਬਹੁਤ ਸਾਰੇ, ਮੈਨੂੰ ਨਹੀਂ ਪਤਾ ਨੰਬਰ, ਜੇ ਇੱਕ ਵੀ ਹੁਣ, ਜੇ ਤੁਹਾਡੇ ਘਰੋਂ ਨਿਕਲ ਗਿਆ ਉਹ ਇੱਕ, ਤਾਂ ਤੁਹਾਡੇ ਉੱਤੇ ਕੀ ਬੀਤੂਗੀ। ਜੇ ਤੁਸੀਂ ਉਹ ਨਿਕਲ ਗਏ, ਰੱਬ ਕਰੇ ਐ ਨਾ ਹੋਵੇ, ਤਾਂ ਤੁਹਾਡੇ ਉੱਤੇ ਕੀ ਬੀਤੂਗੀ। ਕਿੰਨੇ ਹੀ ਹਜ਼ਾਰਾਂ ਬੱਚੇ ਹੋਣੇ ਜਿਨ੍ਹਾਂ ਦੇ ਘਰ ਦੇ ਇਸ ਟਾਈਮ ਪਰੇਸ਼ਾਨ ਹੋਣੇ ਕਿ ਕਰਨ ਕੀ, ਕੁਛ ਇੰਨਾ ਇੱਥੋਂ ਵੀ ਉੱਥੇ ਪੈਸੇ ਭੇਜ ਰਹੇ ਹੋਣੇ। 58 ਪਤਾ ਨਹੀਂ 60 ਰੁਪਏ ਹੋਇਆ ਵਾ ਯਾਰ ਕੈਨੇਡੀਅਨ ਡਾਲਰ, ਕਿੰਨਾ ਖਰਚਾ ਹੈ ਉੱਧਰ। ਆਪਣੇ ਆਪ ਸੋਚੋ, ਭਾਰਤ ਵਿੱਚ ਰਹਿਣਾ ਹੀ ਨਹੀਂ ਚਾਹੁੰਦੇ ਨਾ। ਚਲੋ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰ, ਜਦੋਂ ਕਿ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਦੀ ਇਕਨੋਮੀ ਦਾ ਕਿੰਨਾ ਵੱਡਾ ਹਿੱਸਾ ਨੇ, ਕੰਟਰੀਬਿਊਟ ਕਹਿੰਦੇ ਮੋਰ ਦੈਨ 21 ਬਿਲੀਅਨ ਕੈਨੇਡੀਅਨ ਡਾਲਰ, ਯਾਨੀ ਕਿ 15.3 ਬਿਲੀਅਨ $, 15.3 ਬਿਲੀਅਨ $, ਉਹਨਾਂ ਦੀ ਇਕਨੋਮੀ ਲਈ, ਅਕੋਰਡਿੰਗ ਟੂ ਦਾ ਗਵਰਨਮੈਂਟ। ਬਟ ਈਚ ਈਅਰ tens of thousands of graduates who chose to immigrate permanently became a source of young educated workers। ਤਾਂ ਹਰ ਸਾਲ ਹੁੰਦਾ ਕੀ ਹੈ, ਉੱਥੇ ਜਾਂਦੇ ਨੇ ਕਿ PR ਦੇ ਉਹਦੇ ਵਿੱਚ ਕਿ ਪਰਮਾਨੈਂਟ ਮੈਂ ਉੱਥੇ ਹੀ ਰਹਿਣਾ ਹੈ, ਤਾਂ ਉਹਨਾਂ ਲਈ ਵਰਕ ਫੋਰਸ ਬਣਦੇ ਨੇ। ਮਤਲਬ ਇਨ ਦੀ ਐਂਡ ਕੀ ਹੋ ਰਿਹਾ, ਉਹਨਾਂ ਦੀ ਹੀ ਫੀਸਾਂ ਭਰ ਰਹੇ ਨੇ, ਕੈਨੇਡਾ ਦੀ ਹੀ ਟੈਕਸ ਭਰ ਰਹੇ ਨੇ। ਇੰਡੀਅਨਸ ਦੀ ਗੱਲ ਕਰ ਰਿਹਾ, ਬਾਕੀਆਂ ਦੀ ਵੀ ਗੱਲ ਕਰ ਰਿਹਾ, ਲੇਕਿਨ ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਲਈ ਇਹ ਜਿਹਾ ਧੱਕਾ। ਫਿਰ ਟਰੂਡੋ ਸਾਹਿਬ ਕਹਿੰਦੇ ਨੇ ਅਸੀਂ ਬਹੁਤ ਸਾਰੇ ਇਮੀਗ੍ਰੈਂਟਸ ਚਾਹੁੰਦੇ ਨੇ ਹੋਰ, ਕਿਉਂ? ਕਿਉਂਕਿ ਚੱਕਰ ਕੀ ਹੈ, ਕੈਨੇਡਾ ਵਿੱਚ ਦੇਖੋ ਜੀ, ਇੱਕ ਤਾਂ ਬਜ਼ੁਰਗੀ ਬਹੁਤ ਆ ਰਹੀ ਹੈ, ਜਿਹੜਾ ਏਜ ਹੈ ਨਾ, ਐਵਰੇਜ ਏਜ ਹੈ ਉਹ ਵੱਧਦੀ ਜਾ ਰਹੀ ਹੈ। ਤਾਂ ਜਿਸ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਜ਼ੁਰਗ ਹੋਏ, ਮਤਲਬ ਉਹਦੀ ਡਿਵੈਲਪਮੈਂਟ ਘੱਟ ਹੋ ਜਾਊਗੀ, ਕਿਉਂਕਿ ਜ਼ਿਆਦਾ ਕੰਮ ਤਾਂ ਦੇਖੋ ਯੰਗ ਏਜ ਵਾਲੇ ਬੱਚੇ ਹੀ ਕਰਦੇ ਨੇ, ਯੰਗ ਏਜ ਵਾਲੇ ਲੋਕ ਹੀ। ਤਾਂ ਕਰੇ ਕਹਿੰਦੇ ਅਸੀਂ ਇਮੀਗ੍ਰੇਸ਼ਨ ਹੋਰ ਕਰਨੇ ਨੇ, ਤੇ ਜਿਹੜੇ ਤੁਹਾਡੇ ਕੋਲ ਆਏ ਹੋਏ ਨੇ ਉਹਨਾਂ ਨਾਲ ਕੁਛ ਨਾਲ ਇਹ ਧੱਕਾ ਹੋ ਰਿਹਾ। ਕੈਨੇਡਾ ਨੇ ਦੇਖੋ, ਮੈਂ ਕਿਹਾ ਜਿਹੜੀ ਗੱਲ ਪਲਾਨ ਕੀਤਾ ਕਿ 4,32,000 ਨਵੇਂ ਇਮੀਗ੍ਰੈਂਟ ਲਿਆਣੇ ਨੇ 2022 ਵਿੱਚ, ਤੇ ਇਸ ਸਾਲ ਕਹਿੰਦੇ ਇਹ ਮਾਰਕ ਹੋ ਜਾਊਗਾ ਪੂਰਾ। ਕਿਉਂ? ਕਿਉਂਕਿ ਜਨਵਰੀ, ਫਰਵਰੀ, ਮਾਰਚ ਪਹਿਲੇ 3 ਮਹੀਨੇ ਵਿੱਚ ਇਹ 1,08,000 ਬੰਦਾ ਆਲਰੇਡੀ ਕੈਨੇਡਾ ਵਿੱਚ ਅੰਦਰ ਐਂਟਰ ਹੋ ਚੁੱਕਾ ਹੈ। 1,08,000 ਬੰਦਾ ਆਲਰੇਡੀ, ਹਜੇ ਵੀ ਸਿੱਖ ਨਹੀਂ ਰਹੇ। ਜੇ ਦੇਖੋ ਕਿ ਧੱਕਾ ਇੱਕ ਨਾਲ ਵੀ ਹੋ ਰਿਹਾ ਤਾਂ ਉਹਦੇ ਨਾਲ ਵੀ ਕਿਉਂ ਹੋ ਰਿਹਾ, ਹੋਣਾ ਨਹੀਂ ਚਾਹੀਦਾ ਯਾਰ। ਆਪਣੇ ਆਪ ਨੂੰ ਸੋਚੋ ਯਾਰ, ਹੈ ਨਾ। ਤੁਹਾਡੇ ਘਰੇ ਹੋਵੇ ਉਹ, ਤੁਸੀਂ ਹੁਣ ਕੀ ਬੀਤੂਗੀ, ਤੁਹਾਡੇ ਉੱਤੇ ਕੀ ਬੀਤੂਗੀ, ਤੁਹਾਡੇ ਘਰਦਿਆਂ ਤੇ ਕੀ ਬੀਤੂਗੀ। ਇੰਡੀਅਨਸ ਇਮੀਗ੍ਰੇਟਿੰਗ ਟੂ ਕੈਨੇਡਾ, ਤਾਂ ਜੀ ਤੁਹਾਨੂੰ ਪਤਾ ਜੀ ਬਹੁਤ ਟਾਈਮ ਐਂਡ ਅਗੇਨ ਬਹੁਤ ਟਾਈਮ ਤੋਂ ਇੰਡੀਅਨਸ ਜਿਹੜੇ ਕੈਨੇਡਾ ਜਾ ਰਹੇ ਨੇ, ਕੈਨੇਡੀਅਨ ਸਿਟੀਜ਼ਨ ਬਣ ਰਹੇ ਨੇ, ਹੈ ਨਾ। ਤਾਂ ਆਹ ਦੇਖੋ ਜੀ ਡੇਟਾ ਕੁਛ 2021 ਦੀ ਗੱਲ ਹੈ, ਨੀਅਰਲੀ ਲੱਖ ਇੰਡੀਅਨਸ ਬਿਕੇਮ ਪਰਮਾਨੈਂਟ ਰੈਜ਼ੀਡੈਂਟਸ ਆਫ ਕੈਨੇਡਾ ਐਜ਼ ਦ ਕੰਟਰੀ ਐਡਮਿਟਡ ਅ ਰਿਕਾਰਡ 4,05,000 ਨਵੇਂ ਇਮੀਗ੍ਰੈਂਟਸ ਇਨ ਦਾ ਹਿਸਟਰੀ। ਦੇਖ ਰਹੇ ਹੋ, 4,05,000 ਬੰਦਾ ਉਹਨਾਂ ਨੇ ਐਡਮਿਟ ਕੀਤਾ ਸੀਗਾ, ਉਹਨਾਂ ਵਿੱਚੋਂ ਲੱਖ ਬੰਦਾ ਤਾਂ ਇੰਡੀਅਨ ਹੀ ਸੀਗਾ। ਮਤਲਬ ਕਿ ਕੁਆਟਰ 25% ਬੰਦਾ, ਪਿਛਲੇ ਸਾਲ ਦੀ ਗੱਲ ਹੋ ਰਹੀ ਹੈ, 25% ਬੰਦਾ ਇੰਡੀਅਨ ਗਿਆ ਸੀਗਾ। ਫਿਰ ਵੀ ਇੰਡੀਅਨਸ ਨਾਲ ਧੱਕਾ। ਆਹ ਦੇਖੋ ਜੀ,
ਜੇ 23% ਬੰਦੇ ਉੱਥੇ ਆਏ ਨਾ, ਇਮੀਗ੍ਰੈਂਟਸ ਆਏ ਨੇ 23%, ਕਹਿੰਦੇ ਜੀ ਉਹਨਾਂ ਵਿੱਚੋਂ 10% ਇੰਡੀਅਨਸ ਆਏ ਹੋਏ ਨੇ। ਇਹ ਨਹੀਂ ਕੁਛ ਹੋਰ, ਸੌਰੀ, ਗਰੋਥ ਹੋ ਰਹੀ ਹੈ, ਗਰੋਥ ਇਨ ਪਰਸੈਂਟੇਜ ਆਫ ਇਮੀਗ੍ਰੈਂਟਸ ਇਨ ਕੈਨੇਡਾ। ਆ ਦੇਖ ਸਕਦੇ ਹੋ ਤੁਸੀਂ, ਪਹਿਲਾਂ ਫਿਰ 2019 1980 ਤੋਂ ਥੱਲੇ ਵਾਲੀ ਹੈ, ਫਿਰ 80 ਤੋਂ 90, ਫਿਰ 90 ਤੋਂ 2000, 2000 ਤੋਂ 2010, ਤੇ ਪਿਛਲਾ ਵਾਲਾ ਡੈਕੇਡ ਦੇਖੋ ਕਿੰਨੇ ਜ਼ਿਆਦਾ ਆਏ ਨੇ। ਇੰਡੀਅਨ ਮੇਕ ਅਪ 10% ਆਫ ਟੋਟਲ ਇਮੀਗ੍ਰੈਂਟਸ ਇਨ ਕੈਨੇਡਾ। ਟੋਟਲ ਦੀ ਗੱਲ ਕਰੀਏ, ਇਹ ਤਾਂ ਸਿਰਫ 2021 ਦਾ ਸੀਗਾ ਡੇਟਾ ਵੀ 25%, ਲੇਕਿਨ ਓਵਰਆਲ ਆਪਾਂ ਇਮੀਗ੍ਰੈਂਟਸ ਦੀ ਗੱਲ ਕਰੀਏ, ਜੇ ਜਿੰਨੇ ਵੀ ਜੇ 100 ਲੋਕ ਉੱਥੇ ਗਏ ਨੇ, ਉਹਨਾਂ ਵਿੱਚੋਂ 10 ਇੰਡੀਅਨਸ ਨੇ। ਹਰ 10 ਵਿੱਚੋਂ ਇੱਕ ਬੰਦਾ ਇੰਡੀਅਨ ਹੈ, ਹਰ 10 ਵਿੱਚੋਂ ਇੱਕ ਬੰਦਾ ਇੰਡੀਅਨ ਹੈ। ਇਹੋ ਜਿਹੇ ਹਾਲ ਹੈ, ਫੇਰ ਵੀ ਆਪਣੇ ਨਾਲ ਧੱਕਾ। ਤੇ ਕਿਉਂ ਕਰ ਰਹੇ ਨੇ ਵੀ? ਕਹਿੰਦੇ ਇੱਕ ਤਾਂ ਉੱਥੇ ਏਜਿੰਗ ਪੋਪੂਲੇਸ਼ਨ ਹੈ, ਬਜ਼ੁਰਗੀ ਜ਼ਿਆਦਾ ਆ ਰਹੀ ਹੈ, ਲੋ ਫਰਟੀਲਿਟੀ ਰੇਟ ਹੈ। ਇਮੀਗ੍ਰੇਸ਼ਨ ਇਜ਼ ਵਨ ਆਫ ਕੈਨੇਡਾਜ਼ ਮੇਨ ਸਪਲਾਇਰਸ ਫॉर द वर्कफोर्स। ਹੁਣ ਕੈਨੇਡਾ ਕੰਟਰੀ ਬਹੁਤ ਵੱਡੀ ਹੈ, ਕੰਟਰੀ ਚਲਾਣੀ ਵੀ, ਅੱਗੇ ਡਿਵੈਲਪ ਵੀ ਕਰਨੀ, ਬੰਦੇ ਵੀ ਤਾਂ ਲਿਆਣੇ ਪੈਣੇ, ਕਿੱਥੋਂ ਲਿਆਣਗੇ ਏਦਾਂ ਹੀ ਅਲਾਉ ਕਰਕੇ। The Indians account for 18.6% of total number of people who immigrated to the country between 2016 ਤੋਂ 2021। ਆ ਦੇਖੋ ਜੀ, 5 ਸਾਲਾਂ ਦਾ ਡੇਟਾ ਦੱਸਿਆ ਜੀ। ਹਰ 100 ਵਿੱਚੋਂ 18 ਬੰਦੇ ਕਿੰਨੇ? ਇੰਡੀਆ ਵਿੱਚੋਂ। ਹਰ 1000 ਵਿੱਚੋਂ 186 ਬੰਦਾ ਇੰਡੀਅਨ। ਇਹ ਹਾਲ ਹੈ। Over 2.46 lakh Indians immigrated to Canada during this period। ਦੇਖ ਰਹੇ ਹੋ 5 ਸਾਲਾਂ ਵਿੱਚ 1.28 lakh were men and 1.18 lakh were women। ਦੇਖੋ ਜੀ, ਮੁੰਡੇ ਤੇ ਕੁੜੀਆਂ ਸਾਰਿਆਂ ਨੇ ਪ੍ਰੈਫਰ ਕੀਤਾ ਹੈ ਜੀ, ਹਾਂਜੀ ਬਾਹਰ ਹੀ ਜਾਣਾ। ਉਹਨਾਂ ਵਿੱਚੋਂ ਓਨਟਾਰੀਓ ਹੈ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਰਿਹਾ ਇੰਡੀਅਨਸ ਵਿੱਚ। ਕਹਿੰਦੇ 55% ਆਫ ਇੰਡੀਅਨ ਮਾਈਗ੍ਰੇਸ਼ਨ ਇਮੀਗ੍ਰੈਂਟਸ ਦੀ ਪੋਪੂਲੇਸ਼ਨ ਉੱਤੇ 55%। 100 ਬੰਦੇ ਜੇ ਕੈਨੇਡਾ ਜਾ ਰਹੇ ਨੇ, 55 ਕਿੱਥੇ ਜਾ ਰਹੇ ਨੇ? ਓਨਟਾਰੀਓ ਜਾ ਰਹੇ ਨੇ। ਤਾਂ ਮੇਰਾ ਤਾਂ ਇੱਕ ਹੀ ਕਹਿਣਾ ਜੀ, ਦੇਖ ਲਿਆ ਤੁਸੀਂ ਕੀ ਹਾਲ ਹੈ। ਘਰੇ ਬੈਠ ਕੇ ਚੁੱਪਚਾਪ ਸਰਕਾਰੀ ਨੌਕਰੀ ਦੀ ਤਿਆਰੀ ਕਰੋ। ਦੇਖ ਰਹੇ ਹੋ ਹਾਲ ਕੀ ਹੈ। ਇੱਕ ਬੰਦਾ ਵੀ ਦੇਖੋ, ਜ਼ਰੂਰੀ ਨਹੀਂ ਹੈ, ਮੈਂ ਹਮੇਸ਼ਾ ਇਹ ਕਿਹਾ, ਤੁਹਾਡੇ ਵਿੱਚੋਂ ਮੇਰੀ ਗੱਲ ਮੰਨ ਕੇ ਤਾਂ ਐਂ ਤਾਂ ਹੈ ਨਹੀਂ, ਮੈਂ ਜੇ ਕਹਤਾ ਤੁਸੀਂ ਰੁਕ ਜਾਓਗੇ, ਜੇ ਮੈਂ ਕਹਤਾ ਤੁਸੀਂ ਨਹੀਂ ਰੁਕੋਗੇ, ਐਂ ਤਾਂ ਹੈ ਨਹੀਂ। ਬਟ ਸੋਚੋ ਇੱਕ ਵਾਰ, ਆਪਣੇ ਘਰੇ ਰਹਿ ਕੇ, ਆਪਣੇ ਪਿੰਡ ਰਹਿ ਕੇ, ਆਪਣੇ ਸ਼ਹਿਰ ਰਹਿ ਕੇ, ਪੰਜਾਬ 'ਚ ਰਹਿ ਕੇ, ਭਾਰਤ ਵਿੱਚ ਰਹਿ ਕੇ ਜਿਹੜਾ ਕੰਮ ਕਰਨ ਦਾ ਨਜ਼ਾਰਾ ਉਹ ਬਾਹਰ ਹੈ ਕਿ ਨਹੀਂ ਹੈ? ਕਿ ਉਹ ਨਹੀਂ ਹੈ ਨਾ। ਇੱਕ ਵਾਰ ਸਿੰਸੀਅਰ ਟਰਾਈ ਦੇ ਕੇ ਦੇਖੋ ਯਾਰ, ਕੋਈ ਵੀ ਪੇਪਰ ਹਜੇ ਤੱਕ ਜੇ ਤੁਸੀਂ ਭਰਿਆ ਨਹੀਂ ਆ, ਅੱਗੇ ਪਟਵਾਰੀ ਦੀ ਵੀ ਆ ਰਹੀ, ਨਾਇਬ ਤਹਿਸੀਲਦਾਰ ਦੀ ਵੀ ਆ ਰਹੀ ਹੈ, ਰੈਵਨਿਊ ਡਿਪਾਰਟਮੈਂਟ ਵਿੱਚ ਹੋਰ ਵੀ ਆ ਰਹੀਆਂ ਨੇ, ਕੋਆਪਰੇਟਿਵ ਇੰਸਪੈਕਟਰ ਦਾ ਆ ਰਹੀ, ਪੰਜਾਬ ਪੁਲਿਸ ਦੀ 6200 ਵੈਕੈਂਸੀ ਆ ਰਹੀ। ਕਿਸੇ ਇੱਕ ਪੇਪਰ ਨੂੰ ਰੀਝ ਨਾਲ ਦੇ ਕੇ ਦੇਖੋ, ਪਤਾ ਲੱਗ ਜੂ। ਜੇ ਨਹੀਂ ਹੋਇਆ ਫਿਰ ਜੀ ਸਦਕਾ ਬਾਹਰ ਜਾਓ, ਲੇਕਿਨ ਇੱਕ ਵਾਰ ਇੱਕ ਸਿੰਸੀਅਰ ਟਰਾਈ, ਇੱਕ ਸ਼ਿੱਦਤ ਨਾਲ ਟਰਾਈ, ਮੇਰੇ ਕਹੇ ਤੇ ਹੈ ਨਾ, ਘਰਦਿਆਂ ਤੋਂ ਸੁਣ ਕੇ ਗੱਲ ਕਰਕੇ ਇੱਕ ਸਿੰਸੀਅਰ ਟਰਾਈ। ਪੇਪਰ ਦੇਖੋ ਬਹੁਤ ਸਾਰੇ ਆ ਰਹੇ ਨੇ, ਐਕਸਾਈਜ਼ ਇੰਸਪੈਕਟਰ, ਵੀਡੀਓ ਫੋਰੈਸਟ ਗਾਰਡ ਕਲਰਕ ਤਾਂ ਹੈਗੇ ਨੇ ਆਉਣ ਵਾਲੇ, ਪੁਲਿਸ ਦੀ 6200, ਪਟਵਾਰੀ 700, ਨਾਇਬ ਤਹਿਸੀਲਦਾਰ, ਬਾਕੀ ਜਿਹੜੇ ਰੈਵਨਿਊ ਡਿਪਾਰਟਮੈਂਟ ਦੀ ਦੱਸਿਆ ਨੇ, ਕੋਆਪਰੇਟਿਵ ਇੰਸਪੈਕਟਰ, ਐਕਸਾਈਜ਼ ਇੰਸਪੈਕਟਰ ਹੋਰ ਆ ਰਹੀਆਂ ਨੇ 133 ਸ਼ਾਇਦ ਪੋਸਟਾਂ, ਚੰਡੀਗੜ੍ਹ ਪੁਲਿਸ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਨੌਕਰੀਆਂ। ਤਾਂ ਰਾਦਰ ਦੈਨ ਕਿ ਬਾਹਰ ਜਾਈਏ, ਹਾਂਜੀ ਬਾਹਰ ਜਾ ਕੇ ਮੈਂ ਕੰਮ ਕਰਾਂ, ਬਾਹਰ ਜਾ ਕੇ ਮੈਂ ਹੈ ਨਾ, ਤੇ ਉਹਨਾਂ ਵਿੱਚੋਂ ਕਿਸੇ ਬੱਚੇ ਵਿੱਚੋਂ, ਮੈਂ ਖੁਦਾ ਨਾ ਖਾਸਤਾ ਆਪਣੇ ਵਿੱਚੋਂ ਨਿਕਲ ਗਿਆ ਤਾਂ ਫਿਰ ਕੀ ਹੋਊ? ਕਿਉਂ ਸਰ ਐਂ ਡਰਾਈ ਜਾਂਦਾ ਨਹੀਂ ਯਾਰ, ਮਤਲਬ ਸੀਰੀਅਸ ਜੀ ਗੱਲ ਹੈ, ਆਪਣੇ ਨਾਲ ਵੀ ਹੋ ਸਕਦਾ, ਕੁਝ ਆਈਡੀਆ ਨਹੀਂ ਹੁੰਦਾ ਨਾ ਯਾਰ। ਤਾਂ ਮੈਂ ਇਹੀ ਕਹੂੰਗਾ, ਵੈਕੈਂਸੀਆਂ ਬਹੁਤ ਆ ਰਹੀਆਂ ਨੇ, ਤਿਆਰੀ ਕਰਾਉਣ ਲਈ ਅਸੀਂ ਬੈਠੇ ਹੋਏ ਹਾਂ। ਦੇਖੋ ਤਿਆਰੀ ਕਰਨੀ ਹੈ, ਬਾਹਰ ਵੀ ਜਾਣਾ ਹੈ ਤੁਸੀਂ, ਤਾਂ ਉਹ ਤੋਂ ਪਹਿਲਾਂ, ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰ ਇੱਕ ਸਿੰਸੀਅਰ ਟਰਾਈ ਸਾਡੇ ਨਾਲ। ਤੇ ਇਹਨਾਂ ਪੇਪਰਾਂ ਦੀ ਤਿਆਰੀ ਕਰਨ ਲਈ ਅਸੀਂ ਬੈਠੇ ਹੋਏ ਹਾਂ, ਤੇ ਉਹਦੇ ਲਈ ਤੁਹਾਨੂੰ ਇੱਕ ਕੋਰਸ ਵੀ ਹੁੰਦਾ ਹੈ, ਜਿਹੜੇ ਕੋਰਸ ਅੱਡ ਲਈ ਕੋਰਸ ਆਉਂਦੇ ਨੇ, ਅੱਡ ਕੋਰਸਾਂ ਦੀ ਥਾਂ ਅਗਲੇ ਸਾਲ ਸਾਰੇ ਪੇਪਰ ਆ ਜਾਣੇ ਦੁਬਾਰੇ ਤੋਂ ਹੀ। ਤਾਂ ਉਹਨਾਂ ਲਈ ਹਰ ਇੱਕ ਕੋਰਸ ਲਈ ਇੱਕ ਬੈਚ, ਜਿਹਨੂੰ ਕਹਿੰਦੇ ਨੇ ਪੰਜਾਬ ਦਾ ਮਹਾਪੈਕ, 1 ਸਾਲ ਤੱਕ ਦੇ ਜਿੰਨੇ ਵੀ ਪੇਪਰ, ਉਹਨਾਂ ਦੀ ਕਲਾਸਾਂ, ਟੈਸਟ ਸੀਰੀਜ਼, ਈ ਬੁੱਕ, PDF, ਮੌਕ ਟੈਸਟ, ਜਿੰਨੇ ਵੀ ਪੇਪਰ ਪਿੱਛੇ ਦੱਸੇ, ਉਹ ਸਾਰਾ ਦਾ ਸਾਰਾ ਪੇਪਰ ਪੂਰੇ 1 ਸਾਲ ਲਈ ਤੁਹਾਨੂੰ ਪੈ ਰਿਹਾ ਹੈ ਕਿੰਨੇ ਦਾ? ਸਿਰਫ ਔਰ ਸਿਰਫ 3219 ਰੁਪਏ ਦਾ। ਬਲਕਿ ਹੋਰ ਸਸਤਾ, ਇੱਕ ਡਿਸਕਾਊਂਟ ਕੋਡ ਲਾਣਾ ਤੁਸੀਂ Y383 Y383, ਇਹ ਪੈ ਜਾਊਗਾ ਤੁਹਾਨੂੰ 3080 ਦਾ। ਕਿੱਥੇ? ਅੱਡਾ 24/7 ਦੀ ਐਪ ਤੇ 1 ਸਾਲ ਦਾ ਜਿੰਨਾ ਵੀ ਮਟੀਰੀਅਲ ਹੋਊਗਾ ਪੇਪਰ ਦਾ, ਕਲਾਸ, ਟੈਸਟ ਸੀਰੀਜ਼, ਈ ਬੁੱਕ, PDF, ਮੌਕ ਟੈਸਟ, ਜੋ ਵੀ A to Z ਮਟੀਰੀਅਲ ਤੁਹਾਨੂੰ ਮਿਲੂਗਾ। ਕਿੱਥੇ? ਇੱਥੇ ਮਿਲੂਗਾ ਤੁਹਾਨੂੰ A to Z ਮਟੀਰੀਅਲ, ਇੱਥੇ ਮਿਲੂਗਾ। ਮੈਂ ਪੜ੍ਹਾ ਰਿਹਾ, ਤੁਸੀਂ ਦੇਖ ਸਕਦੇ ਹੋ YouTube ਤੇ ਕਰੰਟ ਅਫੇਅਰ ਮੇਰੀ ਕਲਾਸ ਹੁੰਦੀ ਹੈ, ਇਹ ਟਾਈਮ ਆ ਕੇ ਦੇਖੋ ਕਿੱਦਾਂ ਪੜਾਉਂ। ਕਿਉਂਕਿ ਦੇਖੋ ਸਿੱਧੀ ਜੀ ਗੱਲ ਹੈ, ਆਪਾਂ ਵੀ ਸਾਰੇ ਮਿਡਲ ਕਲਾਸ ਤੋਂ ਬਿਲੋਂਗ ਕਰਦੇ, ਸਾਨੂੰ ਪਤਾ ਹੈ ਯਾਰ, ਕਿਸੇ ਵੀ ਚੀਜ਼ ਲੈਣੀ ਹੋਵੇ ਕਿ ਉਹ ਤੋਂ ਵੈਲਿਊ ਫॉर ਮਨੀ ਨਿਕਲਣਾ ਚਾਹੀਦਾ। ਤੁਸੀਂ ਚੈਨਲ ਤੇ ਜਾ ਕੇ ਦੇਖੋ ਕਿੱਦਾਂ ਮੈਂ ਪੜ੍ਹਾ ਰਿਹਾ, ਜੇ ਭਰੋਸਾ ਹੈ ਤਾਂ ਹੀ ਐਨਰੋਲ ਕਰਨਾ, ਸਿੱਧੀ ਜੀ ਗੱਲ ਹੈ। ਇਹ ਨਹੀਂ ਕਿ ਸਸਤਾ ਹੈ ਲੈ ਲਿਆ, ਨਹੀਂ, ਸਸਤਾ ਹੈ ਲੈ ਲਿਆ। ਮੈਂ ਬੱਚੇ ਨੂੰ 2-3 ਦਿਨ ਤੋਂ ਇਹ ਗੱਲ ਕਹਿ ਰਿਹਾ, ਬੱਚੇ ਕਹਿੰਦੇ ਨੇ ਸਰ ਸਸਤਾ ਹੈ ਲੈ ਲੈਤੇ हैं। ਮੈਂ ਕਿਹਾ ਨਹੀਂ, ਐਦਾਂ ਨਹੀਂ ਕਰਨਾ। ਸਸਤਾ ਹੈ ਮੇਰਾ ਤਾਂ ਕੀ ਹੈ, ਦੇਖੋ ਕੰਪਨੀ ਦਾ ਭਲਾ ਹੋਣਾ, ਤੁਸੀਂ ਕਰੋ ਹੈ ਨਾ, ਕੰਪਨੀ ਕੋਲ ਪੈਸੇ ਜਾਣੇ। ਸਸਤਾ ਹੈ ਫਿਰ ਦਾ ਮਤਲਬ ਇਹ ਥੋੜੀ ਲੈ ਲਓ, ਹੈ ਨਾ। ਹੁਣ ਤੁਹਾਨੂੰ ਮੈਂ ਬਿੰਦੀਆਂ ਦੇ ਦੂੰ, ਮੈਂ ਕਿਹਾ ਫ੍ਰੀ ਚ ਲੈ ਲਓ ਬਿੰਦੀ, ਤੁਸੀਂ ਕਿਉਂ ਲਾਓਗੇ ਜੇ ਕੋਈ ਮੁੰਡੇ ਹੋ, ਹੈ ਨਾ। ਬਿੰਦੀ ਕਹਿੰਦੇ ਮੈਂ ਲਾਂਦਾ ਹੀ ਨਹੀਂ, ਮੈਂ ਕਿਉਂ ਲਾਵਾਂ ਬਿੰਦੀ। ਤਾਂ ਕਰਨਾ ਕੀ, ਦੇਖੋ adda247.com ਤੇ ਜਾਣਾ ਹੈ, ਤੇ ਉੱਥੇ ਸਰਚ ਕਰਨਾ ਹੈ ਤੁਸੀਂ ਪੰਜਾਬ ਮਹਾਪੈਕ, PUNJABMAHAPACK, ਠੀਕ ਹੈ। ਪੰਜਾਬ ਮਹਾਪੈਕ ਮੈਂ ਇੱਥੇ ਸਰਚ ਕੀਤਾ ਤਾਂ ਇਧਰ ਪਤਾ ਨਹੀਂ ਗੋਲਡ ਆ ਗਿਆ। ਸਭ ਤੋਂ ਥੱਲੇ ਆਇਓ, ਸਭ ਤੋਂ ਥੱਲੇ ਆ ਕੇ ਇਧਰ ਆ ਜਾਊਗਾ ਤੁਹਾਡੇ ਕੋਲ ਪੰਜਾਬ ਮਹਾਪੈਕ, ਠੀਕ ਹੈ। ਇਹ ਆ ਗਿਆ ਪੰਜਾਬ ਮਹਾਪੈਕ।
इधर देखो प्राइस इन्होंने लिखा है 14,000, बट जो डिस्काउंट कोड दसिया मैं Y383 Y383, बाय नाउ ते जाना है, एंटर कूपन कोड करना है Y383 Y383। तो आ देखो जी, ये लाया ते पैगा किन्ने दा 3200, नहीं तो पूरे 1 साल ਲਈ। बल्कि होर सस्ता मैं दसिया ਤੁਹਾਨੂੰ Y383 लाना है, तुसी कित्थे जाना है, ऐप ते जाना है, उत्ते तुसी यूज करने ने कॉइन्स, ते सानू किन्ने दा पै जाऊगा, सानू पै जाऊगा ये 3080 रुपये का। लेकिन वही गल, सस्ता है मतलब ये नहीं ले लो, बट एक बार कहे तो एक बार सिंसीयर ट्राई। ਅਸੀਂ ਪੜ੍ਹਾਉਣ ਨੂੰ ਬੈਠੇ, ਤੁਸੀਂ ਪੜ੍ਹਨ ਨੂੰ ਬੈਠੇ, ਤੁਹਾਡੇ ਵੱਲੋਂ ਇੱਕ ਪਹਿਲ ਹੋ ਰਹੀ ਹੈ, ਮੈਂ ਅੱਗੇ ਤੁਹਾਨੂੰ 2 ਵਾਰ ਦੱਸਣ ਨੂੰ ਤਿਆਰ ਹਾਂ, ਤੁਸੀਂ ਇੱਕ ਵਾਰ ਪੜ੍ਹਨ ਵਾਲੇ ਬਣੋ ਬਸ। ਤੇ ਪੜ੍ਹਨ ਲਈ, ਤਿਆਰੀ ਕਰਨ ਲਈ ਇਹ ਤੋਂ ਬੈਟਰ ਚੀਜ਼ ਤੁਹਾਨੂੰ ਨਹੀਂ ਮਿਲੂਗੀ। ਪੜ੍ਹਾ ਹਰ ਕੋਈ ਰਿਹਾ ਹੈ, ਪੜ੍ਹ ਹਰ ਕੋਈ ਰਿਹਾ ਹੈ, ਪੇਪਰ ਭਰ ਹੋਰ ਕੋਈ ਰਿਹਾ ਹੈ, ਲੇਕਿਨ ਪੇਪਰ ਕਿੰਨਿਆਂ ਦਾ ਪਾਸ ਹੋ ਰਿਹਾ। ਧਿਆਨ ਰੱਖਣਾ। ਸਤਿ ਸ਼੍ਰੀ ਅਕਾਲ, ਆਲ ਦਾ ਬੈਸਟ, ਬਾਏ।